ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਰਨਾਲ ਅੰਦੋਲਨ ਤੋਂ ਮਿਲਦੇ ਕਈ ਤਰ੍ਹਾਂ ਦੇ ਸਬਕ। ਦੋਸਤੋ, ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਸ਼ੁਰੂ ਹੋਏ ਸੰਘਰਸ਼ ਨੂੰ ਅੱਜ 9.5 ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਤੇ ਕਿਸਾਨ ਜਥੇਬੰਦੀਆਂ ਵੱਡੇ ਆਗੂ ਦਿੱਲੀ ਦੀ ਬਰੂਹਾਂ ਤੇ ਸੰਘਰਸ਼ ਕਰ ਰਹੇ ਨੇ। ਉਹ ਲਗਾਤਾਰ ਸੰਘਰਸ਼ ਜਿਹੜਾ ਹੈਗਾ ਵੱਧਦਾ ਜਾ ਰਿਹਾ, ਜਿਸ 'ਚ ਵੱਡੀ ਗਿਣਤੀ 'ਚ ਲੋਕ ਸ਼ਾਮਲ ਹੋ ਰਹੇ ਨੇ। ਇਸ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਕਈ ਵਾਰ ਕੇਂਦਰ ਸਰਕਾਰ ਵੱਲੋਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਇਹ ਸੰਘਰਸ਼ ਕਮਜ਼ੋਰ ਹੋਣ ਦੀ ਥਾਂ 'ਤੇ ਲਗਾਤਾਰ ਜਿਹੜਾ ਹੈਗਾ ਹੋਰ ਉਤਸ਼ਾਹਿਤ ਹੁੰਦਾ ਗਿਆ ਤੇ ਇਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੁੰਦੇ ਗਏ। ਇਹ ਅੰਦੋਲਨ ਪੰਜਾਬ ਦੀ ਧਰਤੀ ਤੋਂ ਲਗਭਗ 11 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਪਹਿਲਾਂ ਸ਼ੁਰੂ ਹੋਇਆ ਸੀ ਤੇ ਇਹ ਅੰਦੋਲਨ ਫਿਰ ਦਿੱਲੀ ਦੀ ਬਰੂਹਾਂ ਤੇ ਪਹੁੰਚਿਆ ਤੇ ਅੱਜ ਉਸ ਨੂੰ ਵੀ ਜਿਹੜਾ ਹੈਗਾ 9.5 ਮਹੀਨੇ ਦੇ ਕਰੀਬ ਸਮਾਂ ਬੀਤ ਚੁੱਕਿਆ ਤੇ ਉੱਥੇ ਤੋਂ ਇਹ ਅੰਦੋਲਨ ਦੇਸ਼ ਵਿਆਪੀ ਅੰਦੋਲਨ ਬਣ ਚੁੱਕਿਆ, ਜਿਸ ਵਿੱਚ ਦੇਸ਼ ਭਰ ਤੋਂ ਲੋਕ ਜਿਹੜੇ ਹੈਗੇ ਸ਼ਮੂਲੀਅਤ ਕਰ ਰਹੇ ਨੇ। ਬਾਕੀ 5 ਸਤੰਬਰ ਨੂੰ ਮੁਜ਼ੱਫਰਨਗਰ ਦੇ ਵਿੱਚ ਹੋਈ ਕਿਸਾਨ ਮਹਾਪੰਚਾਇਤ ਨੇ ਇਹ ਸਪਸ਼ਟ ਕਰ ਦਿੱਤਾ ਵੀ ਕਿ ਇਹ ਅੰਦੋਲਨ ਜਿਹੜਾ ਹੈ ਵਾਕਈ ਜਨ ਅੰਦੋਲਨ ਬਣ ਚੁੱਕਿਆ ਤੇ ਦੇਸ਼ ਭਰ ਤੋਂ ਲੋਕ ਇਸ ਅੰਦੋਲਨ 'ਚ ਹਿੱਸਾ ਲੈ ਰਹੇ ਨੇ। ਦੋਸਤੋ, ਸੰਯੁਕਤ ਕਿਸਾਨ ਮੋਰਚੇ ਨੇ ਅੰਦੋਲਨ ਦੀ ਸ਼ੁਰੂਆਤ ਤੋਂ ਹੀ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਅਤੇ ਉਸ ਦੀ ਭਾਈਵਾਲ ਪਾਰਟੀਆਂ ਦਾ ਵਿਰੋਧ ਕਰਨ ਦਾ ਦੇਸ਼ ਭਰ ਦੇ ਵਿੱਚ ਸੱਦਾ ਦਿੱਤਾ ਸੀ, ਜੋ ਕਿ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ ਵਿੱਚ ਸਾਫ਼ ਤੌਰ 'ਤੇ ਦਿਖਾਈ ਦੇ ਰਿਹਾ, ਜਦ ਇਹ ਵਿਰੋਧ ਹੋਰਨਾਂ ਸੂਬਿਆਂ ਵਿੱਚ ਵੀ ਹੋ ਰਿਹਾ। ਤੇ ਗੱਲ ਕਰੀਏ ਪੰਜਾਬ ਤੋਂ ਬਾਅਦ ਜਿਹੜਾ ਇਹ ਵਿਰੋਧ ਹਰਿਆਣੇ ਦੀ ਧਰਤੀ 'ਤੇ ਸ਼ੁਰੂ ਹੋਇਆ ਸੀ। ਹਰਿਆਣੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਭਾਜਪਾ ਅਤੇ ਜੇਜੇਪੀ ਦਾ ਵਿਰੋਧ ਕੀਤਾ ਜਾ ਰਿਹਾ। ਇਸ ਵਿਰੋਧ ਵਿੱਚ ਕਈ ਵਾਰ ਜਿਹੜਾ ਹੈਗਾ ਟਕਰਾਅ ਬਣਿਆ, ਪੁਲਿਸ ਵੱਲੋਂ ਕਈ ਵਾਰ ਕਿਸਾਨ ਆਗੂਆਂ 'ਤੇ ਲਾਠੀਚਾਰਜ ਕੀਤੇ ਗਏ, ਜਿਸ ਦੇ ਸਦਕਾ ਜਿਹੜਾ ਹੈ ਇਹ ਅੰਦੋਲਨ ਹੋਰ ਭਖਦਾ ਗਿਆ। ਇਸੀ ਦੌਰਾਨ ਜਿਹੜਾ ਹੈਗਾ ਇੱਕ ਘਟਨਾ 28 ਅਗਸਤ ਨੂੰ ਵਾਪਰਦੀ ਹੈ, ਜਦੋਂ ਕਰਨਾਲ ਦੇ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਆਪਣੇ ਹਲਕੇ ਕਰਨਾਲ ਦੇ ਵਿੱਚ ਜਿਹੜਾ ਹੈਗਾ ਭਾਜਪਾ ਦੀ ਸੂਬਾ ਪੱਧਰੀ ਮੀਟਿੰਗ ਸੱਦੀ ਜਾਂਦੀ ਹੈ, ਜਿਸ ਵਿੱਚ ਭਾਜਪਾ ਦੀ ਅਗਲੀ ਚੋਣਾਂ ਨੂੰ ਲੈ ਕੇ ਜਿਹੜਾ ਹੈਗਾ ਰਣਨੀਤੀ ਤਿਆਰ ਕੀਤੀ ਜਾਣੀ ਸੀ। ਉਸ ਮੀਟਿੰਗ ਦਾ ਪਹਿਲਾਂ ਹੀ ਕਿਸਾਨ ਜਥੇਬੰਦੀਆਂ ਵਿਰੋਧ ਦਾ ਸੱਦਾ ਦਿੰਦੀਆਂ ਨੇ ਤੇ ਉੱਥੇ ਜਿਹੜਾ ਹੈਗਾ ਭਾਜਪਾ ਦੇ ਵਿਰੋਧ ਲਈ ਸਾਰੇ ਇਕੱਠੇ ਹੁੰਦੇ ਨੇ। ਇਸੇ ਦੌਰਾਨ ਜਿਹੜਾ ਹੈਗਾ ਉਹ ਕਰਨਾਲ ਤੋਂ 12 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਜਿਹੜਾ ਹੈਗਾ ਟੋਲ ਪਲਾਜ਼ਾ 'ਤੇ ਕਿਸਾਨ ਜਥੇਬੰਦੀਆਂ 'ਤੇ ਲਾਠੀਚਾਰਜ ਕੀਤਾ ਜਾਂਦਾ। ਇਸ ਲਾਠੀਚਾਰਜ ਦੌਰਾਨ ਜਿਹੜਾ ਹੈਗਾ 12 ਦੇ ਕਰੀਬ ਕਿਸਾਨ ਜਿਹੜੇ ਨੇ ਜ਼ਖਮੀ ਹੋ ਜਾਂਦੇ ਨੇ, ਜਿਨ੍ਹਾਂ ਦੇ ਗੰਭੀਰ ਸੱਟਾਂ ਵੱਜਦੀਆਂ ਨੇ ਤੇ ਇਸ ਦੇ ਨਾਲ ਹੀ ਜਿਹੜਾ ਹੈਗਾ ਲਗਭਗ 3 ਦਰਜਨ ਤੋਂ ਵੱਧ ਕਿਸਾਨਾਂ ਦੇ ਹੋਰ ਸੱਟਾਂ ਵੱਜਦੀਆਂ ਨੇ। ਪਰ ਕਿਸਾਨ ਜਥੇਬੰਦੀਆਂ ਵੱਲੋਂ ਇਸ ਦੌਰਾਨ ਜਿਹੜਾ ਹੈਗਾ ਇੱਕ ਵੀਡੀਓ ਸਾਹਮਣੇ ਆਉਂਦੀ ਹੈ ਕਿਸਾਨ ਜਥੇਬੰਦੀਆਂ ਕੋਲ, ਜਿਸ ਵਿੱਚ ਕਰਨਾਲ ਦੇ SDM ਜਿਹੜੇ ਨੇ IAS ਅਧਿਕਾਰੀ ਨੇ ਆਯੂਸ਼ ਸਿਨਹਾ, ਉਹ ਕਿਸਾਨਾਂ ਦੇ ਸਿਰ ਭੰਨ ਦੋ ਤੱਕ ਦੇ ਜਿਹੜੀ ਹੈਗੇ ਸ਼ਬਦਾਵਲੀ ਵਰਤਦੇ ਹੋਏ ਪੁਲਿਸ ਮੁਲਾਜ਼ਮਾਂ ਨੂੰ ਆਦੇਸ਼ ਦਿੰਦੇ ਦਿਖਾਈ ਦਿੰਦੇ ਨੇ। ਉਹ ਉਸ ਵੀਡੀਓ ਵਿੱਚ ਸਾਫ਼ ਕਹਿੰਦੇ ਸੁਣਾਈ ਦੇ ਰਹੇ ਨੇ ਵੀ ਕਿ ਕਿਸਾਨ ਇਹ ਬੈਰੀਕੇਡ ਤੋਂ ਅੱਗੇ ਨਹੀਂ ਵਧਣੇ ਚਾਹੀਦੇ, ਚਾਹੇ ਕਿਸਾਨਾਂ ਦੇ ਸਿਰ ਭੰਨ ਦਿਓ, ਚਾਹੇ ਕੁਝ ਕਰੋ, ਲਾਠੀਚਾਰਜ ਕਰੋ, ਕੁਝ ਵੀ ਕਰੋ, ਕਿਸਾਨ ਅੱਗੇ ਨਹੀਂ ਵਧਣੇ ਚਾਹੀਦੇ। ਇਹ ਵੀਡੀਓ ਕਿਸਾਨ ਜਥੇਬੰਦੀਆਂ ਤੱਕ ਪਹੁੰਚਦੀ ਹੈ, ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀ ਹੈ। ਉਸ ਤੋਂ ਸਾਫ਼ ਹੋ ਜਾਂਦਾ ਵੀ ਕਿ ਕਿਵੇਂ ਕਿਸਾਨਾਂ ਦੇ ਵਿਰੋਧ ਨੂੰ ਰੋਕਣ ਲਈ ਜਿਹੜਾ ਹੈਗਾ ਸੂਬਾ ਸਰਕਾਰ ਕਹਿ ਲਈਏ, ਪੁਲਿਸ ਪ੍ਰਸ਼ਾਸਨ ਕਹਿ ਲਈਏ, ਪ੍ਰਸ਼ਾਸਨਿਕ ਅਧਿਕਾਰੀ ਕਹਿ ਲਈਏ, ਉਹ ਸਾਰੇ ਕਿਵੇਂ ਲੱਗੇ ਹੋਏ ਨੇ ਵੀ ਕਿ ਕਿਸਾਨ ਜਥੇਬੰਦੀਆਂ ਕਰਨਾਲ ਤੱਕ ਪਹੁੰਚ ਕੇ ਭਾਜਪਾ ਦਾ ਵਿਰੋਧ ਨਾ ਕਰ ਸਕਣ, ਜਿਸ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਉਸ ਜਿਹੜਾ ਹੈਗਾ IAS ਅਧਿਕਾਰੀ ਦਾ ਵਿਰੋਧ ਕੀਤਾ ਜਾਂਦਾ। ਇਸ ਲਾਠੀਚਾਰਜ ਦੀ ਨਿਖੇਧੀ ਕੀਤੀ ਜਾਂਦੀ ਹੈ ਤੇ ਮੰਗ ਕੀਤੀ ਜਾਂਦੀ ਹੈ ਵੀ ਕਿ IAS ਅਧਿਕਾਰੀ ਨੂੰ ਤੇ ਲਾਠੀਚਾਰਜ ਕਰਨ ਵਾਲੇ ਹੋਰਨਾਂ ਮੁਲਾਜ਼ਮਾਂ ਨੂੰ ਜਿਹੜਾ ਹੈਗਾ ਬਰਖਾਸਤ ਕੀਤਾ ਜਾਵੇ, ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਤੇ ਇਸੇ ਦੌਰਾਨ ਜਿਹੜਾ ਹੈਗਾ ਕਿਸਾਨ ਜਥੇਬੰਦੀਆਂ ਹਰਿਆਣਾ ਸਰਕਾਰ ਨੂੰ 1 ਹਫ਼ਤੇ ਦਾ ਅਲਟੀਮੇਟਮ ਵੀ ਦਿੰਦੀਆਂ ਨੇ ਵੀ ਕਿ ਉਹ ਜਿਹੜਾ ਹੈ ਇਸ ਕਾਰਵਾਈ ਨੂੰ ਕੁਝ ਨਾ ਕੁਝ ਅੰਜਾਮ ਦੇਣ, ਪਰ ਹਰਿਆਣਾ ਸਰਕਾਰ ਕਿਸੇ ਤਰ੍ਹਾਂ ਹੀ ਕਾਰਵਾਈ ਨੂੰ ਅੰਜਾਮ ਨਹੀਂ ਦਿੰਦੀ, ਜਿਸ ਦੇ ਰੋਸ ਵਿੱਚ ਕਿਸਾਨ ਜਥੇਬੰਦੀਆਂ ਕਰਨਾਲ ਅਨਾਜ ਮੰਡੀ ਵਿੱਚ ਇਕੱਠੀਆਂ ਹੁੰਦੀਆਂ ਨੇ ਤੇ ਜਿਹੜੀਆਂ ਲਗਾਤਾਰ ਉਹ ਵਿਰੋਧ ਜਾਰੀ ਕਰਦੀਆਂ ਨੇ, ਉੱਥੇ ਰੋਸ ਪ੍ਰਦਰਸ਼ਨ ਕਰਦੀਆਂ ਨੇ ਤੇ ਸਕੱਤਰੇ ਦਾ ਘਿਰਾਓ ਕਰਨ ਲਈ ਅੱਗੇ ਵਧਦੀਆਂ ਨੇ, ਜਿਨ੍ਹਾਂ ਨੂੰ ਪੁਲਿਸ ਨੇ ਰੋਕਣ ਲਈ ਜਿਹੜਾ ਹੈਗਾ ਕਈ ਤਰ੍ਹਾਂ ਦੀ ਉੱਥੇ ਪਾਬੰਦੀਆਂ ਲਾਈਆਂ ਗਈਆਂ। ਉੱਥੇ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ, ਉੱਥੇ ਜਿਹੜਾ ਹੈਗਾ SMS ਸੇਵਾ ਬੰਦ ਕਰ ਦਿੱਤੀ ਗਈ, ਪੁਲਿਸ ਦੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ। ਮੇਨ ਰੋਡ ਜਿਹੜੇ ਉੱਥੇ ਨੈਸ਼ਨਲ ਹਾਈਵੇ ਪਹੁੰਚਣ ਵਾਲੇ ਸੀਗੇ ਕਰਨਾਲ ਜਾਣ ਵਾਲੇ, ਉੱਥੇ ਰਸਤੇ ਤੱਕ ਜਿਹੜੇ ਨੇ ਬਦਲ ਦਿੱਤੇ ਗਏ, ਬੰਦ ਕਰ ਦਿੱਤੇ ਗਏ ਰਸਤੇ। ਪਰ ਕਿਸਾਨ ਸਾਰੀਆਂ ਜਿਹੜਾ ਪਾਬੰਦੀਆਂ ਤੋਂ ਝੱਲਦੇ ਹੋਏ ਕਰਨਾਲ ਪਹੁੰਚਦੇ ਨੇ, ਉੱਥੇ ਵੱਡਾ ਇਕੱਠ ਹੁੰਦਾ ਤੇ ਕਿਸਾਨਾਂ ਦਾ ਧਰਨਾ ਲੱਗਦਾ। ਉਸ ਧਰਨੇ ਵਿੱਚ ਪਹਿਲੇ ਦਿਨ ਹੀ ਜਿਹੜਾ ਹੈਗਾ ਕਿਸਾਨ ਜਥੇਬੰਦੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਚਕਾਰ
3 ਵਾਰ ਮੀਟਿੰਗ ਹੁੰਦੀ ਹੈ ਤੇ ਉਹ ਤਿੰਨੋਂ ਮੀਟਿੰਗਾਂ ਜਿਹੜੀਆਂ ਬੇਸਿੱਟਾ ਰਹਿੰਦੀਆਂ ਨੇ ਤੇ ਕਿਸਾਨ ਜਥੇਬੰਦੀਆਂ ਸਕੱਤਰੇ ਦਾ ਘਿਰਾਓ ਕਰ ਲੈਂਦੀਆਂ ਨੇ ਤੇ ਉਹ ਘਿਰਾਓ ਜਿਹੜਾ ਲਗਾਤਾਰ ਜਾਰੀ ਰਹਿੰਦਾ ਹੈ। ਤੇ ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚਾ ਸੱਦਾ ਦਿੰਦਾ ਹੈ ਵੀ ਕਿ ਕਰਨਾਲ ਸਕੱਤਰੇ ਦਾ ਘਿਰਾਓ ਇੱਕ ਪੱਕਾ ਮੋਰਚਾ ਹੋਵੇਗਾ। ਜਦੋਂ ਤੱਕ ਹਰਿਆਣਾ ਸਰਕਾਰ ਕਿਸਾਨ ਜਥੇਬੰਦੀਆਂ ਦੀ ਗੱਲ ਨਹੀਂ ਮੰਨਦੀ ਉਦੋਂ ਤੱਕ ਇਹ ਜਿਹੜਾ ਹੈਗਾ ਧਰਨਾ ਜਾਰੀ ਰਹੇਗਾ। ਇਸੇ ਦੌਰਾਨ ਦੂਜੇ ਦਿਨ ਵੀ ਜਿਹੜਾ ਕਿਸਾਨ ਜਥੇਬੰਦੀਆਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਚਕਾਰ ਮੀਟਿੰਗ ਹੁੰਦੀ ਹੈ। ਉਸ ਮੀਟਿੰਗ 'ਚ ਵੀ ਕੋਈ ਨਤੀਜਾ ਨਹੀਂ ਨਿਕਲਦਾ ਤੇ ਤੀਜੇ ਦਿਨ ਪ੍ਰਸ਼ਾਸਨਿਕ ਅਧਿਕਾਰੀ ਤੇ ਕਿਸਾਨ ਜਥੇਬੰਦੀਆਂ ਵਿਚਕਾਰ ਕੋਈ ਮੀਟਿੰਗ ਨਹੀਂ ਹੁੰਦੀ। ਇਹ ਧਰਨਾ ਲਗਾਤਾਰ ਚੌਥੇ ਦਿਨ ਵੀ ਜਾਰੀ ਰਹਿੰਦਾ। ਚੌਥੇ ਦਿਨ ਅਖੀਰ ਸ਼ਾਮੀ 6 ਵਜੇ ਦੇ ਕਰੀਬ ਹਰਿਆਣਾ ਦੇ ਐਡੀਸ਼ਨਲ ਚੀਫ ਸੈਕਟਰੀ ਦਵਿੰਦਰ ਸਿੰਘ ਤੇ ਕਿਸਾਨ ਜਥੇਬੰਦੀਆਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚਡੂਨੀ ਦੀ ਅਗਵਾਈ 'ਚ 13 ਮੈਂਬਰੀ ਵਫਦ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਚਕਾਰ ਮੀਟਿੰਗ ਹੁੰਦੀ ਹੈ, ਜਿਸ ਵਿੱਚ ਲਗਭਗ ਸਾਰੀਆਂ ਮੰਗਾਂ ਮੰਨ ਲਿੱਤੀਆਂ ਜਾਂਦੀਆਂ ਨੇ। ਤੇ ਦੱਸਣਯੋਗ ਇਹ ਵੀ ਗੱਲ ਹੈ ਵੀ ਕਿ ਇਹ ਮੀਟਿੰਗ ਜਿਹੜੀ ਹੈ ਲਗਭਗ 4 ਘੰਟੇ ਚੱਲਦੀ ਹੈ, ਜਿਸ 'ਚ ਕਿਸਾਨ ਜਥੇਬੰਦੀਆਂ ਸਾਰੀਆਂ ਮੰਗਾਂ ਮੰਨ ਲਿੱਤੀਆਂ ਜਾਂਦੀਆਂ ਨੇ ਤੇ ਕੁਝ ਨਾ ਕੁਝ ਗੱਲਾਂ ਤੇ ਜਿਹੜੇ ਸਮਝੌਤੇ ਕਿਸਾਨਾਂ ਨੂੰ ਵੀ ਕਰਨੇ ਪਏ ਨੇ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਤਾਂ ਕਿਸਾਨ ਜਥੇਬੰਦੀਆਂ ਸਾਰੀਆਂ ਮੰਗਾਂ ਮੰਨ ਹੀ ਲਈਆਂ ਨੇ। ਤੇ ਇਹ ਮੀਟਿੰਗ ਅੱਜ 5ਵੇਂ ਦਿਨ ਸਵੇਰੇ 9 ਵਜੇ ਮੁੜ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ 'ਚ ਸੱਦੀ ਜਾਂਦੀ ਹੈ ਤੇ ਉਹ ਮੀਟਿੰਗ ਵਿੱਚ ਸਮਝੌਤਾ ਹੁੰਦਾ ਹੈ। ਹਰਿਆਣਾ ਪ੍ਰਸ਼ਾਸਨ ਜਿਹੜਾ ਕਿਸਾਨ ਜਥੇਬੰਦੀਆਂ ਸਾਰੀਆਂ ਮੰਗਾਂ ਮੰਨ ਲੈਂਦਾ ਤੇ ਇਹ ਜਿਹੜਾ ਹੈ ਕਿਸਾਨ ਅੰਦੋਲਨ ਦੀ ਵੱਡੀ ਜਿੱਤ ਜਿਹੜੀ ਹੈਗੀ ਮੰਨੀ ਜਾ ਰਹੀ ਹੈ। ਠੀਕ ਹੈ, ਕਿਵੇਂ 9 ਮਹੀਨਿਆਂ ਤੋਂ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ, ਕਿਸਾਨ ਜਥੇਬੰਦੀਆਂ ਦੀ ਸਰਕਾਰਾਂ ਗੱਲ ਸੁਣਨ ਲਈ ਵੀ ਤਿਆਰ ਨਹੀਂ ਹਨ ਤੇ ਅੱਜ ਸਿਰਫ 5 ਦਿਨਾਂ ਦੇ ਧਰਨਾ ਜੋ ਕਿ 4 ਦਿਨ ਕੰਪਲੀਟ ਕਰ ਚੁੱਕਿਆ ਸੀ ਤੇ ਅੱਜ 5ਵੇਂ ਦਿਨ 'ਚ ਦਾਖਲ ਹੋ ਰਿਹਾ ਸੀ। ਹਰਿਆਣਾ ਪ੍ਰਸ਼ਾਸਨ ਕਿਸਾਨ ਜਥੇਬੰਦੀਆਂ ਦੀ ਗੱਲ ਮੰਨਦਾ ਤੇ ਅਖੀਰੇ ਧਰਨਾ ਖਤਮ ਕੀਤਾ ਜਾਂਦਾ। ਉਰੇ ਦੱਸਣ ਵਾਲੀ ਗੱਲ ਇਹ ਆਉਂਦੀ ਹੈ ਦੋਸਤੋ ਵੀ ਕਿਸਾਨ ਜਥੇਬੰਦੀਆਂ ਦੀ ਮੰਗ ਸੀ ਵੀ ਕਿ SDM ਆਯੂਸ਼ ਸਿਨਹਾ ਦੇ ਖਿਲਾਫ ਜਿਹੜਾ ਹੈਗਾ ਕਾਰਵਾਈ ਕੀਤੀ ਜਾਵੇ, ਉਸ ਨੂੰ ਬਰਖਾਸਤ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਫਿਰ ਇਸ ਦੌਰਾਨ ਜਿਹੜਾ ਹੈਗਾ ਸੰਯੁਕਤ ਕਿਸਾਨ ਮੋਰਚੇ ਦਾ ਦਾਅਵਾ ਹੈ ਵੀ ਕਿ ਉਹਨਾਂ ਵੱਲੋਂ ਆਪਣੇ ਵਕੀਲਾਂ ਨਾਲ ਹੋਰ ਕਾਨੂੰਨੀ ਮਾਹਿਰਾਂ ਨਾਲ ਗੱਲਬਾਤ ਕੀਤੀ, ਜਿਸ 'ਚ ਇੱਕ ਗੱਲ ਸਾਹਮਣੇ ਆਈ ਵੀ ਕਿ ਇਹ ਪੁਲਿਸ ਕੇਸ ਦਰਜ ਕਰਵਾਉਣ ਨਾਲ ਜਿਹੜਾ ਹੈਗਾ ਨਿਆਇਕ ਜਾਂਚ ਕਰਵਾਈ ਜਾਵੇ ਉਹ ਜ਼ਿਆਦਾ ਵਧੀਆ। ਤਾਂ ਫਿਰ ਇੱਕ ਫੈਸਲਾ ਇਹ ਲਿੱਤਾ ਗਿਆ ਵੀ ਕਿ ਇਹ ਕਰਨਾਲ ਲਾਠੀਚਾਰਜ ਘਟਨਾ ਦੀ ਜਾਂਚ ਜਿਹੜੀ ਹੈਗੀ ਹੈ ਹਾਈ ਕੋਰਟ ਦੇ ਸੇਵਾ ਮੁਕਤ ਜੱਜਾਂ ਦੀ ਨਿਗਰਾਨੀ 'ਚ ਹੋਵੇਗੀ। ਸੇਵਾ ਮੁਕਤ ਜੱਜ ਕਰਨਗੇ ਜੋ ਕਿ 1 ਮਹੀਨੇ ਦੇ ਵਿੱਚ ਇਸ ਦੀ ਰਿਪੋਰਟ ਦੇਣਗੇ। ਇਸ ਦੇ ਨਾਲ ਹੀ ਕਿਸਾਨ ਜਥੇਬੰਦੀਆਂ ਵੱਲੋਂ ਸੇਵਾ ਮੁਕਤ ਜੱਜਾਂ ਦਾ ਇੱਕ 5 ਮੈਂਬਰੀ ਜਿਹੜਾ ਹੈਗਾ ਪੈਨਲ ਵੀ ਦਿੱਤਾ ਗਿਆ ਵੀ ਕਿ ਇਹ ਜਾਂਚ ਜਿਹੜੀ ਹੈਗੀ ਹੈ 5 ਚੋਂ ਕਿਸੇ ਇੱਕ ਜੱਜ ਸਾਹਿਬਾਨ ਤੋਂ ਹੀ ਕਰਵਾਈ ਜਾਵੇ, ਜਿਸ 'ਤੇ ਹਰਿਆਣਾ ਸਰਕਾਰ ਨੇ ਸਹਿਮਤੀ ਜਤਾਈ ਹੈ ਵੀ ਕਿ ਅਸੀਂ ਇਹਨਾਂ ਵਿੱਚੋਂ ਹੀ ਕੋਸ਼ਿਸ਼ ਕਰਾਂਗੇ ਇੱਕ ਜੱਜ ਸਾਹਿਬ ਤੋਂ ਜਿਹੜਾ ਹੈਗਾ ਇਹਦੀ ਜਾਂਚ ਕਰਵਾਈ ਜਾਵੇ। ਇਸ ਦੇ ਨਾਲ ਹੀ ਜਿਹੜੇ ਕਰਨਾਲ ਲਾਠੀਚਾਰਜ ਦੌਰਾਨ ਸ਼ਹੀਦ ਹੋ ਗਏ ਸੀ ਕਿਸਾਨ ਸੁਸ਼ੀਲ ਕਾਜਲ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀ ਅਤੇ 25 ਲੱਖ ਰੁਪਏ ਮੁਆਵਜ਼ੇ ਦੀ ਗੱਲ ਸੀ, ਤਾਂ ਹਰਿਆਣਾ ਸਰਕਾਰ ਨੇ ਸੁਸ਼ੀਲ ਕਾਜਲ ਦੇ ਜਿਹੜੇ ਪਰਿਵਾਰਕ ਮੈਂਬਰਾਂ ਨੂੰ 2 ਪਰਿਵਾਰਕ ਮੈਂਬਰਾਂ ਨੂੰ DC ਰੇਟ 'ਤੇ ਸਰਕਾਰੀ ਨੌਕਰੀ ਦੇਣ ਦਾ ਜਿਹੜਾ ਹੈਗਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਜਦੋਂ ਤੱਕ ਇਹ ਮਾਮਲੇ ਦੀ ਜਾਂਚ ਚੱਲੇਗੀ ਉਦੋਂ ਤੱਕ ਜਿਹੜਾ ਹੈਗਾ IAS ਅਧਿਕਾਰੀ ਆਯੂਸ਼ ਸਿਨਹਾ ਨੂੰ ਜਿਹੜਾ ਹੈਗਾ ਜਬਰੀ ਛੁੱਟੀ 'ਤੇ ਭੇਜ ਦਿੱਤਾ ਗਿਆ। ਇਹ ਜਿਹੜੇ ਨੇ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਕਿਸਾਨ ਜਥੇਬੰਦੀਆਂ ਵਿਚਕਾਰ ਜਿਹੜਾ ਸਮਝੌਤਾ ਹੁੰਦਾ ਜੋ ਕਿ ਕਿਸਾਨ ਜਥੇਬੰਦੀਆਂ ਦੀ ਇੱਕ ਵੱਡੀ ਜਿੱਤ ਹੈ ਵੀ ਕਿ ਜਿੱਥੇ ਇੱਕ ਪਾਸੇ 9 ਮਹੀਨਿਆਂ ਤੋਂ 9.5 ਮਹੀਨਿਆਂ ਤੋਂ ਸੰਘਰਸ਼ ਚੱਲ ਰਿਹਾ, ਉੱਥੇ ਕੇਂਦਰ ਸਰਕਾਰ ਜਾਂ ਕੇਂਦਰ ਦੀ ਜਿਹੜੀ ਪ੍ਰਸ਼ਾਸਨਿਕ ਅਧਿਕਾਰੀ ਨੇ ਕਿਸਾਨ ਜਥੇਬੰਦੀਆਂ ਨਾਲ ਗੱਲ ਕਰਨ ਨੂੰ ਤਿਆਰ ਨਹੀਂ। ਉੱਥੇ ਹੀ ਹਰਿਆਣਾ ਸਰਕਾਰ ਨੇ ਕਿਸਾਨ ਜਥੇਬੰਦੀਆਂ ਦੀ ਮੰਗਾਂ ਮੰਨੀਆਂ ਤੇ ਉੱਥੇ ਜਿਹੜਾ ਕਰਨਾਲ ਦੇ ਵਿੱਚ ਪੱਕਾ ਮੋਰਚਾ ਲੱਗਿਆ ਸੀਗਾ ਇਹ ਖਤਮ ਕੀਤਾ ਗਿਆ। ਦੋਸਤੋ ਹੁਣ ਵੱਡੀ ਗੱਲ ਇਹ ਆਉਂਦੀ ਹੈ ਕਿ ਕਰਨਾਲ ਅੰਦੋਲਨ ਤੋਂ ਜਿਹੜਾ ਹੈਗਾ ਕਈ ਤਰ੍ਹਾਂ ਦੇ ਸਬਕ ਸਿੱਖਣ ਨੂੰ ਮਿਲਦੇ ਨੇ। ਉਹ ਸਰਕਾਰਾਂ ਨੂੰ ਵੀ ਨੇ ਤੇ ਕਿਸਾਨ ਜਥੇਬੰਦੀਆਂ ਨੂੰ ਵੀ ਜਿਹੜਾ ਹੈਗਾ ਕਈ ਤਰ੍ਹਾਂ ਦੇ ਸਬਕ ਸਿੱਖਣ ਨੂੰ ਮਿਲ ਰਹੇ ਨੇ। ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਕਰਨਾਲ ਦੇ ਵਿੱਚ ਜਿਹੜੇ ਲਾਠੀਚਾਰਜ ਦੀ ਘਟਨਾ ਵਾਪਰੀ ਕਿਉਂ ਸੀ, ਉੱਥੇ ਟਕਰਾਅ ਵਧਿਆ ਕਿਉਂ। ਕਿਸਾਨ ਜਥੇਬੰਦੀਆਂ ਵੱਲੋਂ ਪਹਿਲਾਂ ਹੀ ਜਿਹੜਾ ਹੈ ਐਲਾਨ ਕਰ ਦਿੱਤਾ ਗਿਆ ਸੀ ਕਿ ਉਹ ਭਾਰਤੀ ਜਨਤਾ ਪਾਰਟੀ ਅਤੇ JJP ਦੇ ਆਗੂਆਂ ਦਾ ਵਿਰੋਧ ਕਰਨਗੇ ਤੇ ਇਸ ਐਲਾਨ ਦੇ ਬਾਵਜੂਦ ਜਿਹੜਾ ਹੈਗਾ ਭਾਜਪਾ ਵੱਲੋਂ ਮੀਟਿੰਗ ਸੱਦੀ ਗਈ। ਮੀਟਿੰਗ ਦੇ ਵਿੱਚ ਜਿਹੜਾ ਹੈਗਾ IAS ਅਧਿਕਾਰੀ ਆਯੂਸ਼ ਸਿਨਹਾ ਵਰਗਿਆ SDM ਅਧਿਕਾਰੀਆਂ ਨੇ ਜਿਹੜਾ ਹੈਗਾ ਲਾਠੀਚਾਰਜ ਦੇ ਆਦੇਸ਼ ਦਿੱਤੇ, ਜਿਸ ਤੋਂ ਪਤਾ ਲੱਗਦਾ ਵੀ ਕਿ ਇਹ ਟਕਰਾਅ ਕਿੱਥੋਂ ਸ਼ੁਰੂ ਹੋਇਆ ਤੇ ਕਿਵੇਂ ਚੱਲਦਾ। ਜਦੋਂ ਵੀ ਕਿ ਉਹਨਾਂ ਨੇ ਘਿਰਾਓ ਦਾ ਸੱਦਾ ਦਿੱਤਾ ਸੀ ਉਸ ਦੇ ਬਾਵਜੂਦ ਜਿਹੜਾ ਹੈਗਾ ਪੁਲਿਸ ਨੇ ਸਖਤ ਸੁਰੱਖਿਆ ਪ੍ਰਬੰਧ ਵੀ ਕੀਤੇ, ਤਾਂ ਇਹ ਜਿਹੜਾ ਹੈ ਲਾਠੀਚਾਰਜ ਕਰਨ ਦੀ ਲੋੜ ਨਹੀਂ ਪੈਣੀ ਸੀ ਜੇ ਆਯੂਸ਼ ਸਿਨਹਾ ਉਸ ਮਾਮਲੇ ਨੂੰ ਉਸ ਮੌਕੇ ਨੂੰ ਦੇਖਦੇ ਹੋ ਸਮਝਦੇ ਤੇ ਇਹ ਜਿਹੜਾ ਹੈਗਾ ਸ਼ਾਂਤਮਈ ਢੰਗ ਨਾਲ ਇਸ ਮਾਮਲੇ ਨੂੰ ਜਿਹੜਾ ਹੈਗਾ ਨਜਿੱਠਿਆ ਜਾ ਸਕਦਾ ਸੀ ਤੇ ਲਾਠੀਚਾਰਜ ਦੀ ਲੋੜ ਨਾ ਪੈਂਦੀ। ਇਸ ਲਈ ਵੱਡੀ ਗੱਲ ਇਹ ਆਉਂਦੀ ਹੈ ਵੀ ਕਿ ਸਰਕਾਰਾਂ ਨੂੰ
किसान जथेबंदियां जो कि इस समय एक रोष च ने, क्योंकि वो पिछले 9.5 ਮਹੀਨਿਆਂ ਤੋਂ संघर्ष कर रही ने, उन्होंने किसी भी तरह जो टकराव जोड़ा है लैन तो बचना चाहिए। भी कोई भी मामला बड़े शांतमई ढंग नाल जो निपटाना चाहिए। किसान जथेबंदियां बड़े शांतमई ढंग नाल संघर्ष कर रही ने, तो सरकारां नूं भी जिहड़ा हैगा किसी तरह टकराव च ना पैंदियां किसान जथेबंदियां विचकार जिहड़ा हैगा शांति बनाई रखनी चाहिए। इस दे नाल ही जिहड़ा हैगा दूजी गल ये वड्डी आंदी है भी कि संघर्ष शांतमई चल रहा है, तो सरकारां नूं भी जिहड़ा हैगा शांतमई किसानां नाल गल करनी चाहिए, उन्हां दी गल सुननी चाहिए है। जदों कोई भी तरह की गल जिहड़ी बैठ के की जाती है, गलबात सुनी जाती है, तो उस दे विच जिहड़ा हैगा किसी ना किसी तरह का हल जिहड़ा हैगा निकलदा है। इस दे नाल ही तीजी गल ये भी वड्डी निकल के सामने आ रही है कि जिस दिन का अंदोलन चल रहा, चाहे वो हरियाणा सरकार हो चाहे केंद्र सरकार, उन्होंने वालों अंदोलन नूं कमज़ोर करने लई कह लो या अंदोलन नूं रोकण लई कह लो, जिहड़ा हैगा कई तरह की कोशिशां कीतियां जा रही ने। लगातार जिहड़ा हैगा पहले दिन तो जदों किसान जथेबंदियां पंजाब तो इकट्ठे होकर दिल्ली वाल कूच कर रही सी, तां हरियाणा सरकार ने किस तरह किसानों को रोकण लई अगे कई तरह की पाबंदियां लाई, सड़कों के पत्थर तक रखे गए। उस तो बाद दिल्ली सड़कों ते खुंटे तक जिहड़े हैगे गड़ दिते गए, फिर भी किसान जथेबंदियां पिछे ना हटियां, लगातार अगे वधदियां रहियां। इस तो जिहड़ा हैगा सरकारां नूं इह भी समझ लेना चाहिए भी कि मौजूदा समय 'च किसानां दे विच कह लो या आम लोकां 'च कह लो खेती कानूनां खिलाफ केंद्र सरकार के खिलाफ गुस्सा बहुत ज़्यादा पाया जा रहा है, तो फिर सरकारां नूं भी किसान जथेबंदियां नाल जिहड़ा हैगा बड़े शांतमई ढंग नाल गलबात करनी चाहिए। इस दे नाल ही जिवें हुण करनाल दे विच हरियाणा सरकार ने किसान जथेबंदियां नाल बैठ के गलबात की है, तो उसका कोई सीटा निकल सकिया तो यह अंदोलन खत्म किया गया। इस तरह केंद्र सरकार नूं जिहड़ा हैगा हरियाणा सरकार तो ही सीखना चाहिए भी कि जिवें हरियाणा सरकार ने गलबात नूं तोरी रखिया, अगे गलबात चलती रही, तो अंदोलन खत्म होया, उस अंदोलन दे जिहड़ा हैगा खत्म करने कोई सीटा निकल सकिया। इस तरह केंद्र सरकार नूं जिहड़ा हैगा किसान जथेबंदियां नाल मुड़ गलबात शुरू करनी चाहिए, तां जो किसानां दी मंगां दा कोई हल कढ़िया जा सके तो ये अंदोलन नूं खत्म करना किया जा सके। दोस्तों असीं दसना चाहांगे भी कि किवें ये अंदोलन 9.5 महीनों तो चल ही रहा, तो केंद्र सरकार अते किसान जथेबंदियां विचकार भी जिहड़ा हैगा गलबात खत्म होई नूं जिहड़ा अज लगभग 7.5 महीनों तो वध दा समा बीत चुका है। अखीरी गलबात जिहड़ी है 22 जनवरी नूं किसान जथेबंदियां विचकार हुई सी, 11वें गेड़ की गलबात सीगी, तो उस तो बाद जिहड़ा हैगा हुण तक केंद्र सरकार दावे तो बहुत वड्डे वड्डे करती रही है भी कि वह किसान जथेबंदियां नाल गलबात लई सदा ही तैयार ने, पर कभी उन्होंने अगे आके गलबात करने की कोशिश नहीं की। तो किसान जथेबंदियां दे आगूआं दी इक्को गल है भी कि असीं गलबात लई तैयार हाँ, सरकार आवे खेती कानूनां नूं रद्द करन दे मुद्दे ते जिहड़े हैगे गल करे, असीं बैठ के गल करन नूं तैयार हाँ। तो हुण लोड़ इह जिहड़ी हैगी सामने आंदी है भी केंद्र सरकार नूं मुड़ किसान जथेबंदियां नाल गल करनी चाहिए है, गलबात करन लई अगे आउणा चाहिए, तां जो यह जिहड़ा 9.5 महीनों तो संघर्ष चल रहा उसनूं किसी पासे लाया जा सके। किसान जथेबंदियां दी मंग उही है कि तीनों खेती कानून रद्द किए जाण ते MSP ते कानूनन गारंटी दी जिहड़ा हैगा कानून लिआंदा जावे। ते किसान जथेबंदियां इसे मंग ते लगातार अड़ियां होईयां ने, ते केंद्र सरकार जिहड़ा हैगा किसानां नाल गलबात करन लई तैयार नहीं है। हुण लोड़ है केंद्र सरकार अगे आवे ते किसान जथेबंदियां जिहड़ी हैगी गलबात करे, ते इह अंदोलन नूं जिहड़ा हैगा बड़े शांतमई ढंग नाल जिहड़ा हैगा खत्म किया जा सके, तो लोग भी जिहड़े हैगे अपने खुशी खुशी घरां नूं जाण। एक चीज़ तो स्पष्ट ही है, जदों देश के लखां लोग किसान जिहड़े हैगे ने यह खेती कानूनां दे विरोध विच संघर्ष कर रहे हैं, तो यह कानून भी जिहड़े ने यह किसानां लई बनाए गए ने भी कि यह कानून किन्ने क किसानां लई लाहेवंद ने, इस तो स्पष्ट ही हो जाता है। इसलिए केंद्र सरकार नूं भी किसान जथेबंदियां दी गल मन लेनी चाहिए है, तो किसानां दी मंगां नूं मनदे होए जिहड़ा हैगा किसानां नूं खुशी खुशी अपने घर नूं भेजना चाहिए, तां जो जिहड़ा हैगा देश दे विच यह पिछले 9.5 महीनों तो चल रहे संघर्ष नूं बड़ा शांतमई ढंग नाल जिहड़ा हैगा खत्म किया जा सके। दोस्तों अंदोलन नाल जुड़ियां गल्लां नूं लैके असीं हुण तक भी तुहाडे सामने हाज़र हुंदे रहे, तो अगे भी जो भी अंदोलन दे विच नवीं अपडेट होवेगी या कुछ भी हुंदा रहेगा तुहाडे तक लिआंदे रहांगे। कल नूं इसे समय एक नवे मुद्दे दे नाल फिर मिलांगे प्रोग्राम वेले दी गल विच। धन्नवाद।